ਕੈਮਿਸਟਰੀ ਕਲਾਸ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਅੱਜ ਦੇ ਲੈਕਚਰ ਵਿੱਚ ਅਸੀਂ ਮਾਡਰਨ ਕਨਸੈਪਟ ਆਫ ਸਟਰਕਚਰ ਆਫ ਐਟਮ ਪੜ੍ਹਾਂਗੇ ਅਤੇ ਇਸ ਵਿੱਚ ਅਸੀਂ ਮੇਨਲੀ ਡੀ ਬਰੋਗਲੀ ਵੇਵਜ਼ ਮੈਟਰ ਵੇਵਜ਼ ਪੜ੍ਹਾਂਗੇ। ਅਤੇ ਸ਼ੁਰੂ ਕਰਦੇ ਹਾਂ। ਦੇਖੋ, ਦੀ ਵੇਵਜ਼ ਐਸੋਸੀਏਟਡ ਵਿਦ ਮੂਵਿੰਗ ਮਟੀਰੀਅਲ ਪਾਰਟੀਕਲ ਆਰ ਨੋਨ ਐਜ਼ ਡੀ ਬਰੋਗਲੀ ਵੇਵਜ਼ ਔਰ ਮੈਟਰ ਵੇਵਜ਼। हाँ जी, की कहना चाह रहे हैं दी वेव्स एसोसीएटेड विद मूविंग मटीरियल पार्टिकल। भी कोई भी मूविंग मटीरियल पार्टिकल भी कोई भी मटीरियल पार्टिकल होवे ਉਹਦੇ ਨਾਲ ਇੱਕ ਵੇਵ ਐਸੋਸੀਏਟ ਜ਼ਰੂਰ ਹੁੰਦੀ ਆ। ਜਿਹੜੀ ਵੇਵ ਨੂੰ ਅਸੀਂ ਕੀ ਕਹਿੰਦੇ ਆ? ਮੈਟਰ ਵੇਵਜ਼, ਡੀ ਬਰੋਗਲੀ ਵੇਵਜ਼। ਦੇਖੋ, ਜਿਵੇਂ ਕੋਈ ਵੀ ਮਟੀਰੀਅਲ ਪਾਰਟੀਕਲ ਆ, ਜਿਵੇਂ ਮੰਨ ਕੇ ਚੱਲੋ ਇੱਕ ਅਸੀਂ ਵੇਵ ਡਰਾ ਕਰ ਲੈਂਦੇ ਹਾਂ। ਅਤੇ ਦੇਖੋ, हाँ जी, कोई मान के चलो कोई मूविंग मटीरियल पार्टिकल आ, वो अगे अगे ਵੱਧਦਾ जा रहा तो ਉਹਦੇ ਨਾਲ ਇੱਕ ਹੋਰ ਵੇਵ ਐਸੋਸੀਏਟ ਹੋਊਗੀ। मतलब जो ਉਹਦੇ ਨਾਲ ਹੀ ਹੋਊਗੀ। ਐਸੋਸੀਏਟ ਦਾ ਮਤਲਬ ਉਹਦੇ ਨਾਲ ਹੀ ਐਸੋਸੀਏਟ ਹੋਣਾ ਜਾਂ ਜੁੜ ਜਾਣਾ। ਜਿਵੇਂ ਅਸੀਂ ਜਾ ਰਹੇ ਹਾਂ ਤੁਰੇ ਤਾਂ ਸਾਡੇ ਨਾਲ ਵੀ ਇੱਕ ਵੇਵ ਐਸੋਸੀਏਟ ਹੋਊਗੀ। ਕੋਈ ਵੀ ਚੀਜ਼ ਇਸ ਪੈਨ ਮੂਵ ਕਰੂਗਾ ਤਾਂ ਇਹਦੇ ਨਾਲ ਵੀ ਇੱਕ ਵੇਵ ਐਸੋਸੀਏਟ ਹੋਊਗੀ। ਤਾਂ ਉਸ ਵੇਵ ਨੂੰ ਕੀ ਨਾਮ ਦਿੱਤਾ ਸੀਗਾ? ਡੀ ਬਰੋਗਲੀ ਵੇਵ ਜਾਂ ਮੈਟਰ ਵੇਵ। ਠੀਕ ਆ, ਤੁਸੀਂ ਇਸ ਨੂੰ ਗਾਈਡਿੰਗ ਵੇਵ ਵੀ ਕਹਿ ਦਿੰਦੇ ਆ। ठीक है, तो होर भी कई नाम ने, जिवें डी बरॉगली होया, मैटर वेव होया। हाँ जी, अकॉर्डिंग टू डी बरॉगली ऑल मटीरियल पार्टिकल्स इन मोशन पोजैसिज वेव करैक्टरिस्टिक। भी कोई भी चीज़ आ जो भी मोशन दे विच हुंदी है वो वेव करैक्टरिस्टिक भी ਉਹਦੇ ਵਿੱਚ वेव की करैक्टरिस्टिक होंदी है। तो वेव करैक्टरिस्टिक किहड़ी हुंदी है? मतलब जिहड़ी वेव एसोसीएट हुंदी है किसी भी मटीरियल पार्टिकल दे नाल, उहनूं असीं डी बरॉगली वेव या मैटर वेव कह देना। हाँ जी, अकॉर्डिंग टू डी बरॉगली पार्टिकल्स लाइक इलैक्ट्रॉन्स, प्रोटॉन्स, न्यूट्रॉन्स एटसेट्रा हैव ड्यूल नेचर। इन्हां दी कहंदे ड्यूल नेचर आ। ड्यूल नेचर का मतलब हुंदा भी मतलब ਜਿਹੜੇ टाइम ऑफ स्पॉट ते ਅਸੀਂ ਜੋ ਕਨਸੈਪਟ ਕਰ ਰਹੇ ਹਾਂ, ਮਤਲਬ ਵੇਵ ਨੇਚਰ ਦੇ ਨਾਲ ਵੀ ਐਕਸਪਲੇਨ ਹੋ ਜਾਂ ਮਤਲਬ ਇੱਕ ਦੇ ਨਾਲ ਐਕਸਪਲੇਨ ਹੁੰਦਾ ਹੋਊਗਾ, ਜਾਂ ਤਾਂ ਉਹ ਵੇਵ ਨੇਚਰ ਆਫ ਲਾਈਟ ਦੇ ਨਾਲ ਐਕਸਪਲੇਨ ਹੁੰਦਾ ਹੋਣਾ, ਜਾਂ ਉਹ ਮਟੀਰੀਅਲ ਪਾਰਟੀਕਲ ਦੇ ਨਾਲ ਐਕਸਪਲੇਨ ਹੁੰਦਾ ਹੋਣਾ। ਮਤਲਬ ਵੀ ਅੱਡ ਅੱਡ ਕੰਡੀਸ਼ਨ ਦੇ ਜਿਹੜੇ ਪਾਰਟੀਕਲਸ ਨੇ ਉਹ ਅੱਡ ਅੱਡ ਬਿਹੇਵ ਕਰਦੇ ਨੇ। ਡਿਊਲ ਨੇਚਰ ਕਹਿ ਸਕਦੇ ਹਾਂ। ਆਲ ਮਟੀਰੀਅਲ ਪਾਰਟੀਕਲ ਕੈਨ ਬਿਹੇਵ ਬੋਥ ਵੇਵ ਦੀ ਤਰ੍ਹਾਂ ਬਿਹੇਵ ਕਰ ਸਕਦੇ ਨੇ, ਪਾਰਟੀਕਲ ਦੀ ਤਰ੍ਹਾਂ ਬਿਹੇਵ ਕਰ ਸਕਦੇ ਨੇ। ਸਾਡੇ ਕੁਝ ਐਕਸਪੈਰੀਮੈਂਟ ਇਹੋ ਜਿਹੇ ਨੇ ਵੀ ਜਿਹੜੇ ਵੇਵ ਦੇ ਨਾਲ ਐਕਸਪਲੇਨ ਹੋ ਜਾਂਦੇ ਨੇ ਪਰ ਪਾਰਟੀਕਲ ਦੇ ਨਾਲ ਨਹੀਂ ਹੁੰਦੇ, ਪਰ ਕੁਝ ਇਹੋ ਜਿਹੇ ਨੇ ਜਿਹੜੇ ਪਾਰਟੀਕਲ ਦੇ ਨਾਲ ਹੁੰਦੇ ਨੇ, ਵੇਵ ਦੇ ਨਾਲ ਨਹੀਂ ਹੁੰਦੇ ਹੈਗੇ। ਤਾਂ ਅਸੀਂ ਕਹਿ ਦਿੰਦੇ ਹਾਂ ਵੀ ਅੱਡ ਅੱਡ ਕੰਡੀਸ਼ਨਸ ਦੇ ਵਿੱਚ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਜਾਂ ਹੋਰ ਇਸ ਤਰ੍ਹਾਂ ਦੇ ਪਾਰਟੀਕਲ ਡਿਊਲ ਨੇਚਰ ਬਿਹੇਵ ਕਰਦੇ ਨੇ। ਐਜ਼ ਅਸੀਂ ਵੇਵ ਵੀ ਮੰਨ ਲੈਂਦੇ ਉਹਨਾਂ ਨੂੰ, ਇਹਨਾਂ ਦੀ ਵੇਵ ਦੀਆਂ ਕਰੈਕਟਰਿਸਟਿਕਸ ਨੇ, ਐਜ਼ ਆ ਪਾਰਟੀਕਲ ਦੀਆਂ ਕਰੈਕਟਰਿਸਟਿਕਸ ਵੀ ਨੇ। ਵੇਵ ਦੇ ਵਿੱਚ ਕੀ ਹੁੰਦਾ ਸੀਗਾ, ਅਸੀਂ ਉਹਦੇ ਵਿੱਚ ਵੇਵ ਲੈਂਥ, ਫਰੀਕੁਐਂਸੀ, ਵੇਵ ਨੰਬਰ ਵਗੈਰਾ ਪੜ੍ਹਦੇ ਸੀ। ਇਹਦੇ ਵਿੱਚ ਅਸੀਂ ਮਤਲਬ ਇਸ ਦੀ ਹੈਲਪ ਦੇ ਨਾਲ ਅਸੀਂ ਇੰਟਰਫੀਰੈਂਸ, ਡਾਈਫਰੈਕਸ਼ਨ, ਪੋਲਰਾਈਜੇਸ਼ਨ ਦੀਆਂ ਮਤਲਬ ਜੋ ਕੰਸੈਪਟ ਨੇ ਉਹ ਅਸੀਂ ਐਕਸਪਲੇਨ ਅੱਗੇ ਪੜ੍ਹਾਂਗੇ ਮਤਲਬ 10+2 ਵਿੱਚ। ਅਤੇ ਪਾਰਟੀਕਲ ਨੇਚਰ ਦੇ ਨਾਲ ਅਸੀਂ ਪੜ੍ਹਾਂਗੇ ਜਿਵੇਂ ਜਿਵੇਂ ਫੋਟੋ ਇਲੈਕਟ੍ਰਿਕ ਇਫੈਕਟ ਜੋ ਪਿੱਛੇ ਪੜ੍ਹਿਆ ਸੀ, ਅਤੇ ਕੰਪਟਨ ਇਫੈਕਟ ਅਸੀਂ 10+2 ਵਿੱਚ ਪੜ੍ਹਾਂਗੇ। ਠੀਕ ਹੈ, ਹਾਂਜੀ। ਅਬ ਮੂਵਿੰਗ ਪਾਰਟੀਕਲ ਕੈਨ ਬੀ ਐਸੋਸੀਏਟਡ ਵਿਦ ਵੇਵ। मूविंग पार्टिकल के नाल एक वेव एसोसीएट होगी। इन अदर वर्ड अ वेव कैन गाइड द मोशन ऑफ पार्टिकल। मतलब वो जो पार्टिकल के मोशन होगी उन्होंने गाइड करूगी। मतलब वो नाल तां वेव एसोसीएट होगी, मतलब वो नाल जाना बस। जिवें कोई पार्टिकल मूव कर रहा वो नाल जाना बस, वेव एसोसीएट होनी आ, उन्होंने गाइड करना, तां ही उन्होंने गाइडिंग वेव भी कह दें। ठीक है, उस तो बाद हाँ जी, मतलब वो वेव बारे दस्सिया होया भी किहो जी वेव है। अकॉर्डिंग टू डी बरॉगली दी वेव लेंथ एसोसीएट के वो वेव जिहदी वेव लेंथ मतलब एसोसीएट होंदी है मटीरियल पार्टिकल जिहदा मास एम आ ते वो बी वेलोसिटी नाल मतलब मूव कर रहा तो उहदे नाल कितनी वेव लेंथ वाली वेव एसोसीएट होगी। बच्चे उहदे बारे दस्सिया होया H/m v इज इक्वल टू जगह H/p। H/p की है मोमेंटम ऑफ पार्टिकल। सानू पता मास टाइम वेलोसिटी मोमेंटम ऑफ पार्टिकल हुंदा। ਦੀ ਵੇਵ ਐਸੋਸੀਏਟਡ ਵਿਦ ਮਟੀਰੀਅਲ ਪਾਰਟੀਕਲ ਆਰ ਮੈਟਰ ਵੇਵਜ਼। ਅਤੇ ਅਸੀਂ ਇਹਨਾਂ ਵੇਵਜ਼ ਨੂੰ ਹੀ ਮੈਟਰ ਵੇਵਜ਼ ਕਹਿੰਦੇ ਹਾਂ, ਇਹਨਾਂ ਨੂੰ ਹੀ ਡੀ ਬਰੋਗਲੀ ਕਹਿੰਦੇ ਹਾਂ, ਇਹਨਾਂ ਨੂੰ ਹੀ ਗਾਈਡਿੰਗ ਵੇਵ ਕਹਿ ਦਿੰਦੇ ਹਾਂ। ਠੀਕ ਹੈ, ਹਾਂਜੀ। ਹੁਣ ਇਹਦੀ ਡੈਰੀਵੇਸ਼ਨ ਕਰਾਂਗੇ ਡੀ ਬਰੋਗਲੀ ਵੇਵ ਦੀ। ਦੇਖੋ, ਅਕੋਰਡਿੰਗ ਟੂ ਕੁਆਂਟਮ ਥਿਊਰੀ ਐਨਰਜੀ ਆਫ ਫੋਟੋਨ, ਇਹ ਸਾਨੂੰ ਪਤਾ ਬੱਚੀ E ਇਜ਼ ਇਕੁਅਲ ਟੂ H ਨਿਊ। ਠੀਕ ਹੈ, H ਕੀ ਸੀ ਇੱਥੇ? ਪਲੈਂਕ ਕੌਨਸਟੈਂਟ। H ਕੀ ਸੀ ਇੱਥੇ? ਪਲੈਂਕ ਕੌਨਸਟੈਂਟ। तो न्यू की सीगा? फ्रीक्वेंसी ऑफ लाइट, रेडिएशन, कुछ भी फ्रीक्वेंसी ऑफ लाइट कह लो, रेडिएशन कह लो, कुछ भी। इस तो बाद अकॉर्डिंग टू आइंस्टाइन
ਇੱਕ ਆਇਨਸਟਾਈਨ ਨੇ ਸਾਨੂੰ ਰਿਲੇਸ਼ਨ ਦਿੱਤਾ ਸੀ એનર્ਜੀ ਤੇ ਮਾਸ ਵਿਚਾਲੇ, ਮਾਸ ਐਂਡ એનર્ਜੀ mass and energy are related as E is equal to mc square। हाँ जी, पहली इक्वेशन मान लेने, इसनों दूजी इक्वेशन मान लेना, कंपेयर कर लेने क्योंकि E इत्थे है, E इत्थे है। कंपेयरिंग 1 and 2, चाहे कह लो फ्रॉम 1 and 2, एच न्यू इज इक्वल टू एम सी स्केयर। ठीक है, असं रिलेशन पढ़िया हुआ बच्चे, सी इज इक्वल टू न्यू इंटू लैमडा। ठीक है, तो असं पुट कर देने एम बी स्केयर लैमडे दी स्केयर, ये पुट करता सी इत्थे। हाँ जी, इत्थे देख लो एक बी नाल बी कट्टिया गया, सॉरी न्यू नाल न्यू कट्टिया गया, इत्थे रह गया एम न्यू लैमडे दी स्केयर। हाँ जी, इस तो बाद असी बी की वैल्यू इतने पुट कर दें, वी इज इक्वल टू लैमडा सी अपॉन लैमडा। देखो एच इज इक्वल टू एम सी अपॉन लैमडा इंटू लैमडा स्केयर। लैमडा स्केयर ना कटेगा तो एच कितना बन गया बच्चे साडा एम सी लैमडा, तो अस लैमडे की वैल्यू कढ़ सकते हैं अपॉन एम सी। ठीक है, इस तो बाद असीं इत्थे पहुँच गए, लैमडा इज इक्वल टू एच अपॉन एम सी। हाँ जी, जी बच्चे ये सी है, ये वेलोसिटी ऑफ लाइट है, जी ये सी है ये वेलोसिटी ऑफ लाइट है। हाँ जी, असी गल असी वेलोसिटी ऑफ लाइट असी इत्थे बच्चे ये जो एक्सप्रैशन आ ये उस पार्टिकल के नाल रिलेट करता जां उस पार्टिकल ते अप्लाई हुंदा जिन्हां दी वेलोसिटी स्पीड ऑफ लाइट के बराबर आ। तो असी जे मतलब डील करिए कुछ अजिहे पार्टिकल के नाल जिहदी वेलोसिटी बिल्कुल घट होएगी तो असी सी नूं बी दे नाल रिप्लेस कर सकते हैं ना, क्योंकि असीं जिस पार्टिकल की गल कर सकते हैं असी वो पार्टिकल स्पीड ऑफ लाइट के बराबर हो भी सकता तो नहीं भी हो सकता, तो असी बी मान ली भी हो भी सकता नहीं भी हो सकता, भाव घट ही कह सकते हैं। तो देखो सानू पता मास टाइम वेलोसिटी की हुंदा पी मोमेंटम। तो देखो जी असी इस एक्सप्रैशन पर पहुँच के इसका मैं सैकेंड पाथ भी करा देना जे पहला पाथ में डिफिकल्ट लग गया। हाँ जी, असीं इत्थों शुरू करते हैं, इस एक्सप्रैशन शुरू करते हैं, एच न्यू इज इक्वल टू एम सी दी स्केयर। हाँ जी, एक एक्सप्रैशन सानू पता सी इज इक्वल टू दिस इक्वल टू इतों असीं वी की वैल्यू कढ़ी कहने कि तो इस पुट करती, ये बन गई सी अपॉन लैमडा इज इक्वल टू एम सी दी स्केयर, एक स्केयर नाल सी कट गई बन गई एच अपॉन लैमडा इज इक्वल टू एम सी। ठीक है, तो लैमडे की वैल्यू कढ़ ली, लैमडा इधर चल गया तो एम सी एंड असीं सी नूं फिर बी नाल रिप्लेस कर देंगे, ये बन गया बच्चे एम बी। ठीक है, तो असीं उत्थे पहुँच गए एच इज इक्वल टू पी। तो पाथ जिहड़ा मर्जी लै लो, एक्सप्रैशन सेम आना। हाँ जी, कुछ इन्हां दियां जो इस तो सानू ऑबजरवेशन मिली असीं उस पर गल करते हैं। एक सब तो पहली ऑबजरवेशन बच्चे ये है भी असीं एक्सप्रैशन दी हुण इस एक्सप्रैशन एनालाइज करना किवें करांगे। डी ब्रॉगली वेवलैंथ इज इनवर्सली प्रोपोर्शनल टू दी वेलोसिटी ऑफ लाइट, मतलब वेलोसिटी दे इनवर्सली प्रोपोर्शनल आ। ਇਹਦਾ मतलब की है बच्चे, जे साडी पार्टिकल की वेलोसिटी ज़्यादा होगी तो उसकी वेवलैंथ की होगी घट होगी, जे उसकी पार्टिकल की वेलोसिटी घट होगी तो उसकी वेवलैंथ की होगी जीरो होगी। एक केस बच्चे होर भी है, जे असीं कहता वेलोसिटी जीरो आ, जे असीं कहता वेलोसिटी जीरो आ तो देखो लैमडा की हो गया 1/0, तो लैमडा काहदे प्रोपोर्शनल हो गया इनफिनिटी के, मतलब इनफिनिटी का मतलब होंदा डज नॉट एग्जिस्ट, मतलब इस तरह की वेवलैंथ कहते एग्जिस्ट ही नहीं करनी। तो मतलब इस ये है भी जिहड़ा पार्टिकल की वेलोसिटी जीरो होगी उसकी डी ब्रॉगली वेवलैंथ इनफिनिटी या डज नॉट एग्जिस्ट उसकी बननी होनी है बस। भी ये कंसैप्ट लगता कि ये कंसैप्ट उत्ते लगता भी उसकी वेलोसिटी होनी चाहिए बस मेन। इस तरह के बच्चे सेम कंसैप्ट मास ऑफ पार्टिकल से लगता भी जो किसी भी पार्टिकल का बच्चे मास जीरो आ तो मतलब वो बननी नहीं है डी ब्लॉक की वेवलैंथ, मतलब ऑबजर्व नहीं होनी है कि सानू डी ब्लॉक की वेवलैंथ डज नॉट एग्जिस्ट का मतलब होंगे भी वो चीज़ का ना ही होना या डिफाइन ही ना होना। ठीक है, उस तो बाद मतलब
इस तो नैक्सट ऑब्जर्वेशन है बच्चे, डी ब्रोगली और मैटर वेव्स इज इंडिपेंडेंट ऑफ द चार्ज ऑन द मटीरियल पार्टिकल। देखो इस एक्सप्रैशन ਦੇ ਵਿੱਚ ਕੁਝ ਅਜਿਹਾ ਤਾਂ ਹੈ ਨਹੀਂ ਵੀ ਜੋ ਮਟੀਰੀਅਲ ਪਾਰਟੀਕਲ ਦੇ ਚਾਰਜ ਤੇ ਡਿਪੈਂਡ ਕਰੇ। ਇਸ ਤਰ੍ਹਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਮੈਟਰ ਵੇਵਸ ਜਿਹੜੀਆਂ ਜਾਂ ਡੀ ਬਰੋਗਲੀ ਵੇਵਸ ਉਹ ਬੱਚੇ ਇੰਡੀਪੈਂਡੈਂਟ ਹੁੰਦੀਆਂ ਨੇ ਚਾਰਜ ਆਫ ਦੀ ਮਟੀਰੀਅਲ ਪਾਰਟੀਕਲ। ਕਹਿਣ ਦਾ ਭਾਵ ਇਹ ਸਿਰਫ ਮੈਟਰ ਵੇਵਸ ਰਿਜ਼ਲਟ ਸਿਰਫ ਉਦੋਂ ਹੀ ਦਿੰਦੀਆਂ ਨੇ ਜਦੋਂ ਕੋਈ ਪਾਰਟੀਕਲ ਮੂਵ ਕਰ ਰਿਹਾ ਹੁੰਦਾ, ਚਾਰਜ ਤੇ ਇੰਡੀਪੈਂਡੈਂਟ ਹੁੰਦੀਆਂ ਨੇ ਉਸ ਮਟੀਰੀਅਲ ਪਾਰਟੀਕਲ ਦੇ। ਡੀ ਬਰੋਗਲੀ ਵੇਵਸ ਆਰ ਨਾਟ ਇਲੈਕਟ੍ਰੋਮੈਗਨੈਟਿਕ ਇਨ ਨੇਚਰ, ਕਿਉਂਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਹੁੰਦੀਆਂ ਨੇ ਬੱਚੇ ਉਹ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ ਐਕਲਰੇਟਡ ਚਾਰਜਡ ਪਾਰਟੀਕਲ ਦੁਆਰਾ। ਕਿਉਂਕਿ ਇਹ ਸਿਰਫ ਜੋ ਡੀ ਬਰੋਗਲੀ ਵੇਵ ਹੈ ਇਹ ਸਿਰਫ ਡੀਲ ਕਰਦੀ ਹੈ ਮਟੀਰੀਅਲ ਪਾਰਟੀਕਲ ਦੇ ਨਾਲ, ਸਪੈਸ਼ਲੀ ਕਹਿ ਸਕਦੇ ਹਾਂ ਮੂਵਿੰਗ ਮਟੀਰੀਅਲ ਪਾਰਟੀਕਲ ਦੇ ਨਾਲ ਇਹ ਵੇਵ ਐਸੋਸੀਏਟ ਹੁੰਦੀ ਹੈ ਅਤੇ ਉਸ ਵੇਵ ਨੂੰ ਅਸੀਂ ਮੈਟਰ ਵੇਵ, ਡੀ ਬਰੋਗਲੀ ਵੇਵ, ਗਾਈਡਿੰਗ ਵੇਵ ਵੀ ਕਹਿ ਸਕਦੇ ਹਾਂ। ਠੀਕ ਹੈ, ਤਾਂ ਡੀ ਬਰੋਗਲੀ ਬਾਰੇ ਅਸੀਂ ਪਹਿਲਾਂ ਮਤਲਬ ਪੜ੍ਹਿਆ ਵੀ, ਉਹਨੇ ਸਾਨੂੰ ਕੀ ਆ ਕੇ ਸੁਜੈਸ਼ਨ ਦਿੱਤੀ ਸੀ ਅਤੇ ਉਸ ਤੋਂ ਬਾਅਦ ਅਸੀਂ ਡੈਰੀਵੇਸ਼ਨ ਕਰੀ ਅਤੇ ਐਗਜ਼ਾਮ ਪੁਆਇੰਟ ਆਫ ਵਿਊ 'ਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਅਤੇ ਈਜ਼ੀ ਵੀ ਆ। ਅਤੇ ਉਸ ਤੋਂ ਬਾਅਦ ਅਸੀਂ ਉਹਦੀ ਓਬਜ਼ਰਵੇਸ਼ਨਸ 'ਤੇ ਗੱਲ ਕੀਤੀ ਵੀ ਕਿੰਨਾ ਕੰਡੀਸ਼ਨ ਦੇ ਵਿੱਚ ਕਿਵੇਂ ਦੀ ਆ, ਮਤਲਬ ਇਹ ਅਸੀਂ ਐਮ ਦੀਆਂ ਡਿਫਰੈਂਟ ਵੈਲਿਊਜ਼ ਲਈ ਜਾਂ ਬੀ ਦੀਆਂ ਡਿਫਰੈਂਟ ਵੈਲਿਊਜ਼ ਲਈ। ਉਸ ਤੋਂ ਬਾਅਦ ਚਾਰਜ ਇੰਡੀਪੈਂਡੈਂਟ ਆ ਜੋ ਡੀ ਬਰੋਗਲੀ ਵੇਵਸ ਨੇ। ਹਾਂਜੀ, ਅੱਜ ਦਾ ਲੈਕਚਰ ਇਸ ਤੱਕ ਹੀ। ਉਮੀਦ ਹੈ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕ ਯੂ।